ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਇੱਛਾ। ਮੈਂ ਇੱਕ ਐਨਸਥੈਟਿਸਟ ਹਾਂ ਤੇ ਮੈਂ ਪਿਛਲੇ 15 ਸਾਲਾਂ ਤੋਂ ਐਨਸਥੀਸੀਆ ਪ੍ਰੈਕਟਿਸ ਕਰ ਰਹੀ ਹਾਂ। ਅੱਜ ਤੁਹਾਨੂੰ ਮੈਂ ਐਨਸਥੀਸੀਆ ਬਾਰੇ ਕੁਝ ਜ਼ਰੂਰੀ ਜਾਣਕਾਰੀ ਦੇਣਾ ਚਾਹਾਂਗੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਐਨਸਥੀਸੀਆ ਦੀ ਲੋੜ ਸਾਨੂੰ ਕਦ ਪੈਂਦੀ ਹੈ। ਜਦੋਂ ਵੀ ਕਿਸੇ ਸਰਜਰੀ ਜਾਂ ਪ੍ਰੋਸੀਜਰ ਲਈ ਮਰੀਜ਼ ਜਾਂਦਾ ਹੈ ਤੇ ਉਹਦੇ ਵਿੱਚ ਚੀੜ-ਫਾੜ ਹੁੰਦੀ ਹੈ ਤੇ ਉਹਨੂੰ ਕਾਫੀ ਦਰਦ ਹੁੰਦਾ ਹੈ। ਇਹ ਦਰਦ ਨੂੰ ਸਹਿਣ ਲਈ ਤੇ ਸਰਜਰੀ ਦਾ ਪ੍ਰੋਸੀਜਰ ਸਮੂਥ ਬਣਾਉਣ ਲਈ ਐਨਸਥੀਸੀਆ ਮਦਦਗਾਰ। ਐਨਸਥੀਸੀਆ ਕਈ ਤਰ੍ਹਾਂ ਦਾ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਨਰਲ ਐਨਸਥੀਸੀਆ ਦੀ। ਜਨਰਲ ਐਨਸਥੀਸੀਆ ਵਿੱਚ ਪੇਸ਼ੈਂਟ ਬੇਹੋਸ਼ ਰਹਿੰਦਾ ਹੈ, ਉਹਨੂੰ ਕੋਈ ਸੁੱਧ-ਬੁੱਧ ਨਹੀਂ ਰਹਿੰਦੀ ਹੈ। ਇੱਕ ਤਰ੍ਹਾਂ ਦੀ ਨਿੰਦਰ ਵਿੱਚ ਹੁੰਦਾ ਹੈ, ਜਿਹਦੇ ਵਿੱਚ ਉਹਨੂੰ ਨਾ ਕੁਝ ਸੁਣਾਈ ਦਿੰਦਾ ਹੈ, ਨਾ ਦਿਖਾਈ ਦਿੰਦਾ ਹੈ, ਨਾ ਕੁਝ ਮਹਿਸੂਸ ਹੁੰਦਾ ਹੈ ਸਰਜਰੀ ਦੇ ਦੌਰਾਨ। ਨਿੰਦਰ ਤੇ ਐਨਸਥੀਸੀਆ ਵਿੱਚ ਅੰਤਰ ਹੈ ਕਿ ਨਿੰਦਰ ਤੋਂ ਤੁਸੀਂ ਥੋੜੀ ਜਿਹੀ ਸਟਿਮੂਲਸ ਨਾਲ ਉੱਠ ਸਕਦੇ ਹੋ, ਪਰ ਐਨਸਥੀਸੀਆ ਵਿੱਚ ਜਦੋਂ ਚੀਰ-ਫਾੜ ਵੀ ਹੋ ਰਹੀ ਹੁੰਦੀ ਹੈ ਤਦੋਂ ਵੀ ਤੁਸੀਂ ਉੱਠਦੇ ਨਹੀਂ, ਜਦੋਂ ਤੱਕ ਐਨਸਥੈਟਿਸਟ ਤੁਹਾਡੀ ਦਵਾ ਬੰਦ ਨਾ ਕਰਦੇ ਤੇ ਤੁਹਾਨੂੰ ਉਠਾਣਾ ਨਾ ਚਾਹੇ। ਦੂਜੀ ਪ੍ਰਕਾਰ ਦਾ ਐਨਸਥੀਸੀਆ ਹੁੰਦਾ ਹੈ ਲੋਕਲ ਐਨਸਥੀਸੀਆ, ਜਿਹਨੂੰ ਅਸੀਂ ਸਥਾਨਕ ਐਨਸਥੀਸੀਆ ਵੀ ਕਹਿੰਦੇ। ਇਹਦੇ ਵਿੱਚ ਜਿਸ ਬੋਡੀ ਦੇ ਹਿੱਸੇ ਵਿੱਚ ਸਰਜਰੀ ਹੁੰਦੀ ਹੈ ਅਸੀਂ ਉਹਨੂੰ ਹੀ ਸੁਣ ਕਰਦੇ ਹਾਂ ਤੇ ਇਹ ਸਮਾਲ ਸਰਜਰੀ ਜਾਂ ਮਾਈਨਰ ਸਰਜਰੀਜ਼ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਹਦਾ ਮੋਸਟ ਕਾਮਨ ਐਗਜ਼ਾਮਪਲ ਹੈ ਜਦੋਂ ਅਸੀਂ ਡੈਂਟਲ ਪ੍ਰੋਸੀਜਰਸ ਜਾਂ ਦੰਦਾਂ ਦੇ ਟ੍ਰੀਟਮੈਂਟ ਲਈ ਜਾਂਦੇ ਹਾਂ ਤੇ ਦੰਦਾਂ ਦਾ ਡਾਕਟਰ ਸਾਨੂੰ ਇੱਕ ਇੰਜੈਕਸ਼ਨ ਦਿੰਦਾ ਹੈ ਜਿਹਦੇ ਨਾਲ ਸਾਡਾ ਉਹ ਦੰਦ ਦੇ ਨਿਚਲਾ ਹਿੱਸਾ ਸੁੰਨ ਹੋ ਜਾਂਦਾ ਹੈ ਤੇ ਸਾਰੀ ਨਸਾਂ ਜਿਹੜੀਆਂ ਦਰਦ ਦੇ ਸਟਿਮੂਲਸ ਨੂੰ ਸਪਲਾਈ ਕਰਦੀਆਂ ਹੈ ਬ੍ਰੇਨ ਨੂੰ, ਉਹ ਬਲੌਕ ਹੋ ਜਾਂਦੀਆਂ ਹੈ। ਤੁਸੀਂ ਗੱਲ ਕਰ ਸਕਦੇ ਹੋ, ਤੁਹਾਨੂੰ ਸਭ ਕੁਝ ਸੁਣਾਈ ਦਿੰਦਾ ਹੈ ਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਕੀ ਹੋ ਰਿਹਾ ਹੈ, ਪਰ ਤੁਹਾਨੂੰ ਦਰਦ ਦਾ ਅਹਿਸਾਸ ਨਹੀਂ ਹੁੰਦਾ। ਤੇ ਇੱਕ ਹੋਰ ਟਾਈਪ ਦਾ ਐਨਸਥੀਸੀਆ ਹੁੰਦਾ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੀ, ਜਿਹਨੂੰ ਅਸੀਂ ਖੇਤਰੀ ਐਨਸਥੀਸੀਆ ਜਾਂ ਰੀਜਨਲ ਐਨਸਥੀਸੀਆ ਕਹਿੰਦੇ ਹਾਂ। ਇਹਦੇ ਵਿੱਚ ਸਰੀਰ ਦਾ ਬੜਾ ਹਿੱਸਾ ਸੁੰਨ ਕੀਤਾ ਜਾਂਦਾ ਹੈ ਪਰ ਤੁਸੀਂ ਹੋਸ਼ੋ ਹਵਾਸ ਵਿੱਚ ਹੁੰਦੇ ਹੋ। ਇਹਦਾ ਮੋਸਟ ਕਾਮਨ ਐਗਜ਼ਾਮਪਲ ਹੈ ਸਪਾਈਨਲ ਐਨਸਥੀਸੀਆ, ਜਿਹੜਾ ਅਸੀਂ ਸਿਜ਼ੇਰੀਅਨ ਸੈਕਸ਼ਨ ਜਾਂ ਬੱਚਾ ਪੈਦਾ ਕਰਨ ਲਈ ਜਿਹੜਾ ਆਪਰੇਸ਼ਨ ਹੁੰਦਾ ਹੈ ਉਹਦੇ ਵਿੱਚ ਇਸਤੇਮਾਲ ਕਰਦੇ ਹਾਂ। ਅਸੀਂ ਰੀੜ ਦੀ ਹੱਡੀ ਦੇ ਕੋਲ ਇੱਕ ਇੰਜੈਕਸ਼ਨ ਦਿੰਦੇ ਹਾਂ ਜਿਹਦੇ ਨਾਲ ਜਿਹੜੀਆਂ ਨਸਾਂ ਉੱਥੇ ਹੁੰਦੀਆਂ ਨੇ ਉਹ ਸਾਰੀ ਬਲੌਕ ਹੋ ਜਾਂਦੀਆਂ ਨੇ ਤੇ ਤੁਹਾਨੂੰ ਕਮਰ ਤੇ ਨਿਚਲੇ ਹਿੱਸੇ ਵਿੱਚ ਕੋਈ ਦਰਦ ਮਹਿਸੂਸ ਨਹੀਂ ਹੁੰਦਾ। ਇਹ ਵੀ ਐਨਸਥੀਸੀਆ ਦੀ ਇੱਕ ਸੇਫ ਤੇ ਪਪੂਲਰ ਟੈਕਨੀਕ ਹੈ। ਜਨਰਲ ਐਨਸਥੀਸੀਆ ਅਸੀਂ ਛੋਟੀ ਤੇ ਵੱਡੀ ਸਰਜਰੀਆਂ ਵਿੱਚ ਇਸਤੇਮਾਲ ਕਰਦੇ ਹਾਂ। ਵੱਡੀ ਸਰਜਰੀ ਵਿੱਚ ਜਨਰਲ ਐਨਸਥੀਸੀਆ ਦੀ ਲੋੜ ਪੈਂਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਸਮੇਂ ਜ਼ਿਆਦਾ ਲੱਗਦਾ ਹੈ, ਦਰਦ ਜ਼ਿਆਦਾ ਹੁੰਦਾ ਹੈ ਤੇ ਅੰਦਰੂਨੀ ਅੰਗ ਜਿਹੜੇ ਸਾਡੇ ਹੁੰਦੇ ਹੈ ਉਹਨਾਂ ਨੂੰ ਅਸੀਂ ਆਪਰੇਟ ਨਹੀਂ ਕਰ ਸਕਦੇ ਜਨਰਲ ਐਨਸਥੀਸੀਆ ਦੇ ਬਗੈਰ। ਤੇ ਸਾਡੀ ਕੋਈ ਵੀ ਸਰਜਰੀ ਜਨਰਲ ਐਨਸਥੀਸੀਆ ਦੇ ਵਿੱਚ ਹੋ ਸਕਦੀ ਹੈ, ਬਟ ਉਹ ਤੋਂ ਪਹਿਲਾਂ ਸਾਨੂੰ ਡਿਸਾਈਡ ਕਰਨਾ ਪੈਂਦਾ ਹੈ ਕਿ ਉਹ ਪੇਸ਼ੈਂਟ ਲਈ ਸੇਫ ਹੈ ਕਿ ਨਹੀਂ, ਤੇ ਪੇਸ਼ੈਂਟ ਦੀ ਹਿਸਟਰੀ ਤੇ ਸਰਜਰੀ ਦਾ ਟਾਈਪ ਦੇ ਨਾਲ ਅਸੀਂ ਡਿਸਾਈਡ ਕਰਦੇ ਹਾਂ ਟਾਈਪ। ਜਨਰਲ ਐਨਸਥੀਸੀਆ ਜਾਂ ਕਿਸੇ ਵੀ ਪ੍ਰਕਾਰ ਦੇ ਐਨਸਥੀਸੀਆ ਨੂੰ ਲੈਣ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਐਨਸਥੈਟਿਸਟ ਨੂੰ ਮਿਲੋ। ਐਨਸਥੈਟਿਸਟ ਤੁਹਾਡੀ ਸਾਰੀ ਮੈਡੀਕਲ ਹਿਸਟਰੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੇਗਾ ਤੇ ਉਹਨੂੰ ਤੁਹਾਡਾ ਸੱਚ ਬਤਾਨਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਕਿਹੜੀ ਬਿਮਾਰੀ ਹੈ, ਤੁਹਾਨੂੰ ਕਿਹੜੀਆਂ ਮਾੜੀਆਂ ਆਦਤਾਂ ਨੇ ਤੇ ਤੁਹਾਨੂੰ ਕਿਹੜੀ ਦਵਾਈ ਚੱਲ ਰਹੀ ਹੈ। ਇਹ ਸਭ ਇਨਫੋਰਮੇਸ਼ਨ ਗੈਦਰ ਕਰਨ ਤੋਂ ਬਾਅਦ ਉਹ ਤੁਹਾਨੂੰ ਕੁਝ ਇਨਵੈਸਟੀਗੇਸ਼ਨ ਜਾਂ ਬਲੱਡ ਟੈਸਟ ਦੀ ਰਿਪੋਰਟ ਲਿਖ ਕੇ ਦੇਗਾ ਤੇ ਉਹ ਵੇਖਣ ਤੋਂ ਬਾਅਦ ਉਹਨੂੰ ਪਤਾ ਚੱਲੇਗਾ ਕਿ ਸਰਜਰੀ ਦੇ ਲਈ ਉਹਨੂੰ ਕੀ ਤਿਆਰੀ ਕਰਨੀ ਹੈ, ਤੁਹਾਡੇ ਲਈ ਕਿਹੜੀਆਂ ਦਵਾਈਆਂ ਉਹਨੇ ਤਿਆਰ ਕਰਕੇ ਰੱਖਣੀਆਂ ਹੈ ਤੇ ਤੁਹਾਨੂੰ ਸਾਵਧਾਨੀਆਂ ਤੇ ਪ੍ਰੀਕਾਸ਼ਨ ਸਰਜਰੀ ਤੋਂ ਪਹਿਲਾਂ ਦੇ ਉਹ ਦੱਸ ਸਕਦਾ ਹੈ ਪੂਰੀ ਹਿਸਟਰੀ ਦੇ ਬਾਰੇ ਜਾਣਕਾਰੀ। ਤੇ ਇਸ ਲਈ ਇਹ ਬੜਾ ਹੀ ਜ਼ਰੂਰੀ ਹੈ ਕਿ ਤੁਸੀਂ ਸਰਜਰੀ ਤੋਂ ਪਹਿਲਾਂ ਜਾਂ ਕਿਸੇ ਵੀ ਐਨਸਥੀਸੀਆ ਲੈਣ ਤੋਂ ਪਹਿਲਾਂ ਆਪਣੇ ਐਨਸਥੈਟਿਸਟ ਨੂੰ ਮਿਲੋ। ਜਨਰਲ ਐਨਸਥੀਸੀਆ ਅਸੀਂ ਜਦੋਂ ਇੰਜੈਕਸ਼ਨ ਨਾਲ ਦਿੰਦੇ ਹਾਂ ਤੇ ਇਹਦਾ ਪ੍ਰਭਾਵ ਤੁਰੰਤ ਹੀ ਆ ਜਾਂਦਾ ਹੈ। 1 ਮਿੰਟ ਤੋਂ ਕਮ ਸਮੇਂ ਲੱਗਦਾ ਹੈ ਪੇਸ਼ੈਂਟ ਨੂੰ ਨੀਂਦ ਆਉਣ ਲਈ ਤੇ ਉਸੇ ਪ੍ਰਕਾਰ ਕਦੀ ਅਸੀਂ ਜਨਰਲ ਐਨਸਥੀਸੀਆ ਮਾਸਕ ਦੁਆਰਾ ਦਿੰਦੇ ਹਾਂ ਜਿਹਦੇ ਵਿੱਚ ਅਸੀਂ ਗੈਸਸ ਦਿੰਦੇ ਹਾਂ ਤੇ ਉਹਦਾ ਵੀ ਅਸਰ 1 ਮਿੰਟ ਵਿੱਚ ਆ ਜਾਂਦਾ ਹੈ। ਜਦੋਂ ਵੀ ਤੁਸੀਂ ਸਾਹ ਲੈਂਦੇ ਹੋ ਉਹ ਗੈਸਸ ਅੰਦਰ ਜਾਂਦੀਆਂ ਨੇ ਤੇ ਧੀਰੇ ਆਪਣਾ ਇਫੈਕਟ ਲਾਉਂਦੀਆਂ ਨੇ ਤੇ ਇਹ ਵੀ
ਲਗਭਗ 1 ਮਿੰਟ ਵਿੱਚ ਅਸਰ ਆ ਜਾਂਦਾ। ਜਦੋਂ ਅਸੀਂ ਲੋਕਲ ਐਨਸਥੀਸੀਆ ਯੂਜ਼ ਕਰਦੇ ਹਾਂ ਤੇ ਉਹ ਡਰਗ ਤੇ ਡਿਪੈਂਡ ਕਰਦਾ ਹੈ, ਪਰ ਉਹਦਾ ਅਸਰ ਵੀ 5 ਤੇ 10 ਮਿੰਟ ਤੱਕ ਆ ਜਾਂਦਾ ਹੈ। ਇਹ ਜ਼ਰੂਰੀ ਹੈ ਕਿ ਸਰਜਰੀ ਕਰਨ ਤੋਂ ਪਹਿਲਾਂ ਐਨਸਥੈਟਿਸਟ ਤੇ ਸਰਜਨ ਚੈੱਕ ਕਰਨ ਲੋਕਲ ਤੇ ਰੀਜਨਲ ਐਨਸਥੀਸੀਆ ਵਿੱਚ ਕਿ ਉਹ ਹਿੱਸਾ ਸੁੰਨ ਹੋ ਗਿਆ ਹੈ ਕਿ ਨਹੀਂ, ਤੇ ਇਹ ਚੈੱਕ ਕਰਨ ਤੋਂ ਬਾਅਦ ਹੀ ਸਰਜਰੀ ਸ਼ੁਰੂ ਹੁੰਦੀ ਹੈ। ਤੇ ਜਨਰਲ ਐਨਸਥੀਸੀਆ ਵਿੱਚ ਤੇ ਪੇਸ਼ੈਂਟ ਬੇਹੋਸ਼ ਹੋ ਜਾਂਦਾ ਹੈ ਤੇ ਸਾਨੂੰ ਪਤਾ ਚੱਲ ਜਾਂਦਾ ਹੈ ਤੇ ਅਸੀਂ ਸਰਜਰੀ ਸ਼ੁਰੂ ਕਰਨ ਦੀ ਅਨੁਮਤੀ ਦੇ ਸਕਦੇ ਹਾਂ। ਜਨਰਲ ਐਨਸਥੀਸੀਆ ਦਾ ਅਸਰ ਜਦੋਂ ਤੱਕ ਸਰਜਰੀ ਚੱਲਦੀ ਹੈ ਤਦੋਂ ਤੱਕ ਰਹਿੰਦਾ ਹੈ ਤੇ ਜਨਰਲ ਐਨਸਥੀਸੀਆ ਵਿੱਚ ਅਸੀਂ ਲਗਾਤਾਰ ਦਵਾਈਆਂ ਦਿੰਦੇ ਹਾਂ ਪੇਸ਼ੈਂਟ ਨੂੰ, ਜਿਹੜਾ ਉਹ ਸਟੇਟ ਨੂੰ ਮੇਨਟੇਨ ਕਰਦਾ ਹੈ। ਤੇ ਜਦੋਂ ਵੀ ਐਨਸਥੈਟਿਸਟ ਨੂੰ ਲੱਗਦਾ ਹੈ ਕਿ ਸਰਜਰੀ ਖਤਮ ਹੋਣ ਵਾਲੀ ਹੈ ਜਾਂ ਸਰਜਰੀ ਖਤਮ ਹੋ ਗਈ ਹੈ, ਤਦ ਉਹ ਦਵਾਈਆਂ ਕਮ ਕਰਦਾ ਹੈ ਜਾਂ ਬੰਦ ਕਰਦਾ ਹੈ ਤੇ ਤਦ ਹੀ ਪੇਸ਼ੈਂਟ ਉੱਠਦਾ ਹੈ। ਤੇ ਲੋਕਲ ਐਨਸਥੀਸੀਆ ਦਾ ਅਸਰ ਜਿਹੜਾ ਹੁੰਦਾ ਹੈ ਉਹ ਕੁਝ ਟਾਈਮ ਤੱਕ ਰਹਿੰਦਾ ਹੈ। ਕਈ ਲੋਕਲ ਐਨਸਥੈਟਿਕ ਦਾ ਅਸਰ 1 ਘੰਟੇ ਰਹਿੰਦਾ ਹੈ, ਕਈਆਂ ਦਾ 2, ਕਈਆਂ ਦਾ 3। ਤੇ ਲੋਕਲ ਐਨਸਥੀਸੀਆ ਵਿੱਚ ਸਰਜਨ ਲਈ ਜਾਂ ਐਨਸਥੈਟਿਸਟ ਲਈ ਇਹ ਵੀ ਪੋਸੀਬਲ ਹੈ ਕਿ ਉਹ ਦੂਸਰਾ ਇੰਜੈਕਸ਼ਨ ਦੇ ਸਕੇ ਜਾਂ ਉਹਨੂੰ ਰਿਪੀਟ ਕਰ ਸਕੇ ਇਫੈਕਟ ਪ੍ਰੋਲੋਂਗ ਕਰਨ ਲਈ, ਤੇ ਜਦੋਂ ਤੱਕ ਉਹਦੀ ਟੌਕਸਿਕ ਡੋਜ਼ ਜਾਂ ਮੈਕਸਿਮਮ ਡੋਜ਼ ਰੀਚ ਨਹੀਂ ਹੋ ਜਾਂਦੀ। ਤੇ ਲੋਕਲ ਐਨਸਥੀਸੀਆ ਦਾ ਲਗਭਗ ਅਸਰ 2 ਤੇ 3 ਘੰਟੇ ਰਹਿ ਸਕਦਾ ਹੈ। ਮਰੀਜ਼ ਐਨਸਥੈਟਿਸਟ ਦੀ ਡਿਊਟੀ ਹੁੰਦੀ ਹੈ ਕਿ ਜਦੋਂ ਮਰੀਜ਼ ਬੇਹੋਸ਼ ਹੋ ਜਾਂਦਾ ਹੈ ਤੇ ਉਹਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਉਹ ਵੇਖੇ ਕਿ ਉਹਦੀ ਦਿਲ ਦੀ ਧੜਕਨ, ਉਹਦਾ ਬੀਪੀ, ਉਹਦਾ ਸਾਹ, ਇਹ ਸਭ ਨਾਰਮਲ ਤਰੀਕੇ ਨਾਲ ਚੱਲ ਰਿਹਾ ਹੈ। ਆਲਸੋ ਜਦੋਂ ਸਰਜਨ ਆਪਰੇਟ ਕਰ ਰਿਹਾ ਹੁੰਦਾ ਹੈ, ਐਨਸਥੈਟਿਸਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਦੇਖੇ ਕਿ ਪੇਸ਼ੈਂਟ ਸਟੇਬਲ ਹੈ, ਬਲੱਡ ਲਾਸ ਤੇ ਨਹੀਂ ਹੋ ਰਿਹਾ ਤੇ ਹੋਰ ਕੋਈ ਬੁਰਾ ਪ੍ਰਭਾਵ ਸਰਜਰੀ ਦਾ ਪੇਸ਼ੈਂਟ ਤੇ ਹੋ ਤੇ ਨਹੀਂ ਰਿਹਾ। ਤੇ ਜਦੋਂ ਸਰਜਨ ਕੋਲ ਇੱਕ ਕੰਪੀਟੈਂਟ ਐਨਸਥੈਟਿਸਟ ਹੁੰਦਾ ਹੈ, ਤਦੋਂ ਹੀ ਉਹ ਪੂਰੀ ਇਕਾਗਰਤਾ ਨਾਲ ਸਰਜਰੀ ਤੇ ਕਨਸੈਂਟਰੇਟ ਕਰ ਪਾਉਂਦਾ। ਜਨਰਲ ਐਨਸਥੀਸੀਆ ਵਿੱਚ ਤੁਸੀਂ ਬੇਹੋਸ਼ ਰਹਿੰਦੇ ਹੋ ਤੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਰਜਰੀ ਦੇ ਦੌਰਾਨ ਤੁਹਾਨੂੰ ਕੋਈ ਦਰਦ ਹੋਵੇ। ਲੋਕਲ ਐਨਸਥੀਸੀਆ ਦਾ ਅਸਰ ਜਿੰਜ ਮੈਂ ਦੱਸਿਆ 2 ਤੋਂ 3 ਘੰਟੇ ਹੁੰਦਾ ਹੈ। ਜੇ ਸਰਜਰੀ ਉਸ ਸਮੇਂ ਤੋਂ ਜ਼ਿਆਦਾ ਚੱਲਦੀ ਹੈ ਤੇ ਥੋੜਾ ਦਰਦ ਪੇਸ਼ੈਂਟ ਨੂੰ ਹੋਣਾ ਸ਼ੁਰੂ ਹੋ ਸਕਦਾ ਹੈ, ਪਰ ਲੋਕਲ ਐਨਸਥੀਸੀਆ ਉਨ ਸਰਜਰੀ ਵਿੱਚ ਹੀ ਦਿया ਜਾਂਦਾ ਹੈ ਜਿੱਦੀ ਡਿਊਰੇਸ਼ਨ 2 to 3 ਆਵਰਸ ਸੇ ਕਮ। ਕਈ ਪੇਸ਼ੈਂਟ ਸਾਨੂੰ ਦੱਸਦੇ ਨੇ ਕਿ ਉਹਨਾਂ ਨੂੰ ਐਨਸਥੀਸੀਆ ਵਿੱਚ, ਜਨਰਲ ਐਨਸਥੀਸੀਆ ਵਿੱਚ ਸੁਪਨੇ ਆਏ। ਡੀਪ ਐਨਸਥੀਸੀਆ ਵਿੱਚ ਸੁਪਨੇ ਦੇਖਣਾ ਮੁਮਕਿਨ ਨਹੀਂ ਹੈ। ਜਨਰਲੀ ਜਿਹੜੇ ਸੁਪਨੇ ਆਉਂਦੇ ਹਨ ਸਾਨੂੰ ਉਹ ਉਸ ਦੌਰਾਨ ਆਉਂਦੇ ਹਨ ਜਦੋਂ ਐਨਸਥੀਸੀਆ ਦਾ ਇਫੈਕਟ ਕਮ ਹੋ ਰਿਹਾ ਹੁੰਦਾ ਹੈ ਤੇ ਪੇਸ਼ੈਂਟ ਸਟਿਲ ਥੋੜੀ ਨੀਂਦਰ ਵਿੱਚ ਹੁੰਦਾ ਹੈ ਤੇ ਉਹ ਟ੍ਰਾਂਜੀਸ਼ਨ ਸਟੇਜ ਜਾਂ ਬਦਲਾਵ ਦੇ ਸਟੇਜ ਵਿੱਚ ਕਈ ਪੇਸ਼ੈਂਟ ਨੂੰ ਕੁਝ ਸੁਪਨੇ ਆਉਂਦੇ ਹਨ, ਪਰ ਇਹ ਬੜੇ ਕਮ ਪੇਸ਼ੈਂਟਸ ਨਾਲ ਹੁੰਦਾ ਹੈ। ਜਨਰਲੀ ਜਨਰਲ ਐਨਸਥੀਸੀਆ ਵਿੱਚ ਪੇਸ਼ੈਂਟ ਲਈ ਸਮਾਂ ਥੰਮ ਜਿਹਾ ਜਾਂਦਾ ਹੈ, ਪੇਸ਼ੈਂਟ ਨੂੰ ਕੁਝ ਅਹਿਸਾਸ ਨਹੀਂ ਹੁੰਦਾ। ਕਈ ਪੇਸ਼ੈਂਟ ਉੱਠ ਕੇ ਸਾਨੂੰ ਪੁੱਛਦੇ ਨੇ ਕਿ ਸਰਜਰੀ ਹੋ ਵੀ ਗਈ, ਮੈਨੂੰ ਤੇ ਕੁਝ ਪਤਾ ਹੀ ਨਹੀਂ ਚੱਲਿਆ ਕਦੋਂ ਹੋਈ, ਤੇ they don't realize it. ਲੋਕਲ ਤੇ ਖੇਤਰੀ ਐਨਸਥੀਸੀਆ ਵਿੱਚ ਤੁਹਾਡਾ ਸਰੀਰ ਦਾ ਇੱਕ ਹੀ ਹਿੱਸਾ ਸੁੰਨ ਹੁੰਦਾ ਹੈ ਤੇ ਤੁਸੀਂ ਸਾਹ ਆਪਣੇ ਆਪ ਹੀ ਲੈਂਦੇ ਹੋ ਇਹਨਾਂ ਦੇ ਵਿੱਚ। ਜਦੋਂ ਅਸੀਂ ਤੁਹਾਨੂੰ ਜਨਰਲ ਐਨਸਥੀਸੀਆ ਦਿੰਦੇ ਹਾਂ ਤੇ ਕੁਝ ਸਰਜਰੀ ਵਿੱਚ ਅਸੀਂ ਪੇਸ਼ੈਂਟ ਨੂੰ ਖੁਦ ਹੀ ਸਾਹ ਲੈਣ ਦਿੰਦੇ ਹਾਂ, ਤੇ ਕੁਝ ਸਰਜਰੀ ਜਿਹਦੇ ਵਿੱਚ ਅਸੀਂ ਮਸਲ ਰਿਲੈਕਸੈਂਟ ਨਾਮਕ ਦਵਾ ਦਾ ਇਸਤੇਮਾਲ ਕਰਦੇ ਹਾਂ, ਉਹਦੇ ਵਿੱਚ ਪੇਸ਼ੈਂਟ ਖੁਦ ਸਾਹ ਨਹੀਂ ਲੈ ਸਕਦਾ ਤੇ ਸਾਡੇ ਕੋਲ ਐਨਸਥੀਸੀਆ ਮਸ਼ੀਨ ਹੁੰਦੀ ਹੈ ਜਿਹਦੇ ਵਿੱਚ ਇੱਕ ਵੈਂਟੀਲੇਟਰ ਹੁੰਦਾ ਹੈ ਜਿਹਦੇ ਨਾਲ ਅਸੀਂ ਪੇਸ਼ੈਂਟ ਨੂੰ ਸਾਹ ਦਿੰਦੇ ਹਾਂ। ਇਸ ਦਵਾ ਦਾ ਅਸਰ ਕੁਝ ਸਮੇਂ ਬਾਅਦ ਖਤਮ ਹੋ ਜਾਂਦਾ ਹੈ ਤੇ ਜਦੋਂ ਸਰਜਰੀ ਖਤਮ ਹੋਣ ਵਾਲੀ ਹੁੰਦੀ ਹੈ ਤੇ ਅਸੀਂ ਉਹ ਦਵਾ ਬੰਦ ਕਰ ਦਿੰਦੇ ਹਾਂ ਕਿ ਸਰਜਰੀ ਦੇ ਅੰਤ ਤੱਕ ਪੇਸ਼ੈਂਟ ਦੀ ਸ਼ਮਤਾ ਆਪੇ ਸਾਹ ਲੈਣ ਦੀ ਵਾਪਸ ਆ ਜਾਏ।